ਮਹਾਂ ਕਾਰਟੂਨ ਟੀਵੀ। ਚਿੱਟੀ ਚੁੜੈਲ ਅਤੇ ਕਾਲੀ ਪਰੀ। ਬਹੁਤ ਸਮੇਂ ਪਹਿਲਾਂ ਪਰੀ ਲੋਕ ਵਿੱਚ ਇੱਕ ਨਿਸ਼ਾ ਨਾਮ ਦੀ ਬਹੁਤ ਸੋਹਣੀ ਪਰੀ ਰਹਿੰਦੀ ਸੀ। ਨਿਸ਼ਾ ਦਿਲ ਦੀ ਜਿੰਨੀ ਚੰਗੀ ਸੀ ਉਨੀ ਹੀ ਸ਼ਰਾਰਤੀ ਵੀ ਸੀ, ਜਿਸ ਕਰਕੇ ਪਰੀ ਲੋਕ ਦੀਆਂ ਸਾਰੀਆਂ ਪਰੀਆਂ ਉਸ ਤੋਂ ਬਹੁਤ ਪਰੇਸ਼ਾਨ ਰਹਿੰਦੀਆਂ ਸਨ। ਇੱਕ ਦਿਨ ਨਿਸ਼ਾ ਦੀ ਸ਼ਰਾਰਤ ਨਾਲ ਰਾਣੀ ਪਰੀ ਦਾ ਮਨਪਸੰਦ ਬਗੀਚਾ ਖਰਾਬ ਹੋ ਜਾਂਦਾ ਹੈ, ਜਿਹਨੂੰ ਦੇਖ ਕੇ ਰਾਣੀ ਪਰੀ ਬਹੁਤ ਗੁੱਸਾ ਹੋ ਜਾਂਦੀ ਹੈ। ਨਿਸ਼ਾ, ਤੇਰੀਆਂ ਸ਼ਰਾਰਤਾਂ ਰੋਜ਼-ਰੋਜ਼ ਵੱਧਦੀਆਂ ਜਾ ਰਹੀਆਂ ਨੇ। ਇੰਨੀ ਸਜ਼ਾ ਦੇਣ ਤੋਂ ਬਾਅਦ ਵੀ ਹਰ ਰੋਜ਼ ਹੋਰ ਸ਼ਰਾਰਤੀ ਹੁੰਦੀ ਜਾ ਰਹੀ ਹੈ। ਇਸ ਲਈ ਅੱਜ ਮੈਂ ਤੈਨੂੰ ਇਹੋ ਜੀ ਸਜ਼ਾ ਦਊਂਗੀ ਜਿਹੜੀ ਤੈਨੂੰ ਸਾਰੀ ਜ਼ਿੰਦਗੀ ਯਾਦ ਰਹੂਗੀ। ਹਾਂ ਨਹੀਂ ਤਾਂ। ਇਹ ਬੋਲ ਕੇ ਰਾਣੀ ਪਰੀ ਆਪਣੀ ਜਾਦੂਈ ਝੜੀ ਕਮਾਉਂਦੀ ਹੈ ਅਤੇ ਅਚਾਨਕ ਨਿਸ਼ਾ ਦੀ ਖੂਬਸੂਰਤੀ ਘਟਣ ਲੱਗਦੀ ਹੈ। ਆਪਣੀ ਖੂਬਸੂਰਤੀ ਨੂੰ ਗਾਇਬ ਹੁੰਦਾ ਦੇਖ ਨਿਸ਼ਾ ਬਹੁਤ ਤੇਜ਼ ਰੋਣ ਲੱਗਦੀ ਹੈ ਅਤੇ ਰਾਣੀ ਪਰੀ ਤੋਂ ਮਾਫੀ ਮੰਗਣਾ ਸ਼ੁਰੂ ਕਰ ਦਿੰਦੀ ਹੈ। ਨਹੀਂ ਰਾਣੀ ਪਰੀ, ਕਿਰਪਾ ਕਰਕੇ ਇਹ ਨਾ ਕਰੋ। ਅੱਜ ਤੋਂ ਬਾਅਦ ਮੈਂ ਪੱਕਾ ਕਿਸੇ ਨੂੰ ਪਰੇਸ਼ਾਨ ਨਹੀਂ ਕਰੂੰਗੀ। ਮੈਨੂੰ ਮਾਫ ਕਰ ਦਿਓ। ਨਿਸ਼ਾ ਬਹੁਤ ਮਿਹਨਤਾਂ ਕਰਦੀ ਹੈ, ਪਰ ਰਾਣੀ ਪਰੀ ਨਿਸ਼ਾ ਦੀ ਇੱਕ ਨਹੀਂ ਸੁਣਦੀ ਅਤੇ ਉਹਦੀ ਖੂਬਸੂਰਤੀ ਪੂਰੀ ਤਰ੍ਹਾਂ ਖੋ ਕੇ ਧਰਤੀ ਤੇ ਸੁੱਟ ਦਿੰਦੀ ਹੈ, ਜਿਸ ਤੋਂ ਬਾਅਦ ਨਿਸ਼ਾ ਦਾ ਰੰਗ ਕਾਲਾ ਹੋ ਜਾਂਦਾ ਹੈ ਅਤੇ ਸਾਰੀਆਂ ਪਰੀਆਂ ਉਹਦਾ ਮਜ਼ਾਕ ਬਣਾਉਂਦੇ ਹੋਏ ਉਹਨੂੰ ਕਾਲੀ ਪਰੀ ਦੇ ਨਾਮ ਨਾਲ ਬੁਲਾਉਣ ਲੱਗਦੀਆਂ ਹਨ। ਕਾਲੀ ਪਰੀ, ਕਾਲੀ ਪਰੀ, ਉਹ ਵੇਖੋ ਕਾਲੀ ਪਰੀ ਆ ਰਹੀ ਹੈ। ਰਾਣੀ ਪਰੀ, ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਮੈਨੂੰ ਮਾਫ ਕਰ ਦਿਓ। ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੈ। ਕਿਰਪਾ ਕਰਕੇ ਮੇਰੀ ਖੂਬਸੂਰਤੀ ਮੈਨੂੰ ਵਾਪਸ ਕਰ ਦਿਓ। ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਨਿਸ਼ਾ ਦਾ ਉਦਾਸ ਮੂੰਹ ਅਤੇ ਉਹਨੂੰ ਬੇਨਤੀ ਕਰਦਾ ਹੋਇਆ ਦੇਖ ਕੇ ਰਾਣੀ ਪਰੀ ਦਾ ਗੁੱਸਾ ਸ਼ਾਂਤ ਹੋ ਜਾਂਦਾ ਹੈ। ਮੈਨੂੰ ਖੁਸ਼ੀ ਹੈ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ, ਪਰ ਹਜੇ ਤੱਕ ਤੇਰੀ ਖੂਬਸੂਰਤੀ ਧਰਤੀ ਤੇ ਪਤਾ ਨਹੀਂ ਕਿਹਦੇ ਕੋਲ ਪਹੁੰਚ ਗਈ ਹੋਊਗੀ। ਇਸ ਲਈ ਮੈਂ ਤੇਰੀ ਖੂਬਸੂਰਤੀ ਵਾਪਸ ਤਾਂ ਨਹੀਂ ਕਰ ਸਕਦੀ, ਪਰ ਹਾਂ ਉਹਨੂੰ ਲੱਭਣ 'ਚ ਤੇਰੀ ਮਦਦ ਜ਼ਰੂਰ ਕਰ ਸਕਦੀ ਹਾਂ। ਇਹ ਬੋਲ ਕੇ ਰਾਣੀ ਪਰੀ ਆਪਦੀ ਜਾਦੂਈ ਝੜੀ ਨਿਸ਼ਾ ਦੇ ਸਿਰ ਤੇ ਰੱਖਦੀ ਹੈ ਅਤੇ ਆਪਦੇ ਮਨ ਵਿੱਚ ਕੁਝ ਮੰਤਰ ਪੜ੍ਹਦੀ ਹੈ। ਮੰਤਰ ਖਤਮ ਹੁੰਦੇ ਹੀ ਇੱਕ ਤੇਜ਼ ਰੋਸ਼ਨੀ ਹੁੰਦੀ ਹੈ ਅਤੇ ਨਿਸ਼ਾ ਇਨਸਾਨੀ ਰੂਪ ਵਿੱਚ ਬਦਲ ਜਾਂਦੀ ਹੈ। ਤੂੰ ਇਸ ਰੂਪ ਵਿੱਚ ਰਹਿ ਕੇ ਆਪਣੀ ਖੂਬਸੂਰਤੀ ਲੱਭ ਸਕਦੀ ਹੈ ਅਤੇ ਜਦੋਂ ਵੀ ਤੂੰ ਉਸ ਇਨਸਾਨ ਦੇ ਨੇੜੇ ਪਹੁੰਚੇਗੀ ਜਿਸ ਦੇ ਕੋਲ ਤੇਰੀ ਖੂਬਸੂਰਤੀ ਹੋਗੀ, ਤਾਂ ਤੇਰਾ ਰੂਪ ਆਪਣੇ ਆਪ ਇਨਸਾਨ ਤੋਂ ਪਰੀ ਵਿੱਚ ਬਦਲ ਜਾਊਗਾ। ਪਰ ਇਹਨਾਂ ਦੇ ਵਿੱਚ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੀ, ਜੇ ਧਰਤੀ ਤੇ ਤੈਨੂੰ ਆਪਣੀ ਖੂਬਸੂਰਤੀ ਵਾਲਾ ਕੋਈ ਇਨਸਾਨ ਨਾ ਮਿਲਿਆ ਤਾਂ ਇਹਦਾ ਮਤਲਬ ਹੋਊਗਾ ਕਿ ਤੇਰੀ ਖੂਬਸੂਰਤੀ ਕਿਸੇ ਨਾਲ ਟਕਰਾ ਕੇ ਖਤਮ ਹੋ ਗਈ ਹੈ ਅਤੇ ਉਹ ਤੈਨੂੰ ਦੁਬਾਰਾ ਕਦੇ ਨਹੀਂ ਮਿਲ ਸਕਦੀ, ਕਿਉਂਕਿ ਉਹ ਖੂਬਸੂਰਤੀ ਜਿਉਂਦੇ ਬੰਦੇ ਦੇ ਇਲਾਵਾ ਕੋਈ ਹੋਰ ਨਹੀਂ ਲੈ ਸਕਦਾ। ਠੀਕ ਹੈ ਨਾ? ਤੂੰ ਮੇਰੀ ਸਾਰੀ ਗੱਲਾਂ ਦਾ ਧਿਆਨ ਰੱਖੀ। ਹਾਂਜੀ, ਮੈਂ ਯਾਦ ਰੱਖੂੰਗੀ। ਰਾਣੀ ਪਰੀ ਦੀ ਗੱਲ ਸੁਣ ਕੇ ਨਿਸ਼ਾ ਧਰਤੀ ਤੇ ਆ ਜਾਂਦੀ ਹੈ ਤੇ ਆਪਦੀ ਖੂਬਸੂਰਤੀ ਵਾਲੇ ਬੰਦੇ ਨੂੰ ਲੱਭਣ ਲੱਗਦੀ ਹੈ। ਉਸ ਬੰਦੇ ਨੂੰ ਲੱਭਣ ਦੇ ਲਈ ਉਹ ਧਰਤੀ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਦੀ ਰਹਿੰਦੀ ਹੈ, ਪਰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹਨੂੰ ਉਹ ਬੰਦਾ ਕਿਤੇ ਵੀ ਨਹੀਂ ਮਿਲਦਾ। ਧਰਤੀ ਬਹੁਤ ਵੱਡੀ ਹੈ ਅਤੇ ਇੱਥੇ ਉਸ ਇੱਕ ਇਨਸਾਨ ਨੂੰ ਲੱਭਣਾ ਬਹੁਤ ਔਖਾ ਹੈ। ਕਿਤੇ ਮੇਰੀ ਖੂਬਸੂਰਤੀ ਖਤਮ ਤਾਂ ਨਹੀਂ ਹੋਗੀ? ਨਹੀਂ, ਇਹ ਨਹੀਂ ਹੋ ਸਕਦਾ। ਮੈਂ ਇੰਨੀ ਜਲਦੀ ਹਿੰਮਤ ਨਹੀਂ ਹਾਰ ਸਕਦੀ। ਇਹ ਸੋਚ ਕੇ ਨਿਸ਼ਾ ਹਰ ਰੋਜ਼ ਆਪਣੀ ਖੂਬਸੂਰਤੀ ਨੂੰ ਲੱਭਦੀ ਹੋਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਇੱਕ ਪਿੰਡ ਤੋਂ ਦੂਜੇ ਪਿੰਡ ਘੁੰਮਦੀ ਰਹਿੰਦੀ ਹੈ। ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਘੁੰਮਦੇ ਵਕਤ ਇੱਕ ਦਿਨ ਉਹ ਇੱਕ ਪਿੰਡ ਦੇ ਵਿੱਚ ਪਹੁੰਚਦੀ ਹੈ। ਉੱਥੇ ਪਹੁੰਚਦੇ ਹੀ ਉਹ ਦੇਖਦੀ ਹੈ ਕਿ ਪਿੰਡ ਦੇ ਸਾਰੇ ਲੋਕ ਇੱਧਰ ਉੱਧਰ ਭੱਜ ਰਹੇ ਹੁੰਦੇ ਨੇ। ਓਏ, ਇਹ ਸਾਰੇ ਇਸ ਤਰ੍ਹਾਂ ਭੱਜ ਕਿਉਂ ਰਹੇ ਨੇ? ਇਸੇ ਉਲਝਣ ਦੇ ਵਿੱਚ ਨਿਸ਼ਾ ਉਸਦੇ ਕੋਲੋਂ ਜਾ ਰਹੀ ਇੱਕ ਔਰਤ ਨੂੰ ਰੋਕ ਕੇ ਉਸਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਭੈਣ, ਇਹ ਸਾਰੇ ਇਸ ਤਰ੍ਹਾਂ ਭੱਜ ਕਿਉਂ ਰਹੇ ਨੇ? ਓਏ, ਉਹ ਕਿਉਂਕਿ ਉਹ ਆ ਰਹੀ ਹੈ। ਉਹ ਕਿਸੇ ਨੂੰ ਵੀ ਨਹੀਂ ਛੱਡਦੀ। ਜਿਹੜਾ ਵੀ ਉਹਦੇ ਸਾਹਮਣੇ ਜਾਂਦਾ ਹੈ ਉਹ ਉਹਨੂੰ ਮਾਰ ਦਿੰਦੀ ਹੈ। ਭੱਜੋ। ਕੌਣ ਆ ਰਹੀ ਹੈ? ਕੌਣ ਹੈ ਉਹ? ਓਏ ਚਿੱਟੀ ਚੁੜੈਲ, ਤੂੰ ਵੀ ਭੱਜ ਇੱਥੋਂ। ਇਹ ਬੋਲ ਕੇ ਉਹ ਔਰਤ ਉੱਥੋਂ ਭੱਜ ਜਾਂਦੀ ਹੈ ਅਤੇ ਨਿਸ਼ਾ ਉਲਝਣ ਦੇ ਵਿੱਚ ਉੱਥੇ ਹੀ ਖੜੀ ਰਹਿ ਜਾਂਦੀ ਹੈ। ਇਹ ਔਰਤ ਕੀ ਬੋਲ ਰਹੀ ਸੀ? ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆਇਆ।
ਹੁਣ ਕੀ ਕਰਾਂ, ਕਿੱਥੇ ਜਾਵਾਂ? ਨਿਸ਼ਾ ਇਹ ਸਭ ਸੋਚ ਹੀ ਰਹੀ ਹੁੰਦੀ ਹੈ। ਉਦੋਂ ਹੀ ਉੱਥੇ ਇੱਕ ਬਹੁਤ ਸੋਹਣੀ ਚੁੜੈਲ ਆਉਂਦੀ ਹੈ। ਉਹ ਚੁੜੈਲ ਜਿਵੇਂ ਹੀ ਨਿਸ਼ਾ ਦੇ ਕੋਲ ਪਹੁੰਚਦੀ ਹੈ ਤਾਂ ਅਚਾਨਕ ਨਿਸ਼ਾ ਦਾ ਰੂਪ ਬਦਲ ਜਾਂਦਾ ਹੈ ਅਤੇ ਉਹ ਇਨਸਾਨ ਤੋਂ ਕਾਲੀ ਪਰੀ ਬਣ ਜਾਂਦੀ ਹੈ। ਇਹ ਸਭ ਕੁਝ ਦੇਖ ਕੇ ਚੁੜੈਲ ਹੈਰਾਨ ਹੋ ਜਾਂਦੀ ਹੈ, ਪਰ ਨਿਸ਼ਾ ਸਭ ਕੁਝ ਸਮਝ ਜਾਂਦੀ ਹੈ। ਇੱਕ ਕਾਲੀ ਪਰੀ, ਪਹਿਲੀ ਵਾਰ ਕਿਸੇ ਨੂੰ ਕਾਲਾ ਵੇਖ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਹਾਏ ਰੱਬਾ, ਮੇਰੀ ਖੂਬਸੂਰਤੀ ਇਸ ਚੁੜੈਲ ਦੇ ਕੋਲ ਹੈ। ਹੁਣ ਮੈਂ ਕੀ ਕਰਾਂਗੀ? ਹੁਣ ਇਸ ਚੁੜੈਲ ਤੋਂ ਮੈਂ ਆਪਣੀ ਖੂਬਸੂਰਤੀ ਵਾਪਸ ਕਿਵੇਂ ਲਾਉਂਗੀ? ਮੈਂ ਤਾਂ ਚਾਹ ਕੇ ਵੀ ਤੇਰੇ ਤੋਂ ਨਜ਼ਰ ਨਹੀਂ ਹਟਾ ਪਾ ਰਹੀ। ਚੁੜੈਲ ਇੰਨੀ ਸੋਹਣੀ ਅਤੇ ਪਰੀ ਇੰਨੀ ਕਾਲੀ। ਨਿਸ਼ਾ ਦਾ ਮਜ਼ਾਕ ਉਡਾਉਂਦੀ ਹੋਈ ਚੁੜੈਲ ਉੱਥੋਂ ਚਲੀ ਜਾਂਦੀ ਹੈ। ਇਹ ਸਭ ਦੇਖਣ ਤੋਂ ਬਾਅਦ ਨਿਸ਼ਾ ਬਹੁਤ ਉਦਾਸ ਹੋ ਜਾਂਦੀ ਹੈ ਅਤੇ ਉਦਾਸ ਹੋ ਕੇ ਉੱਥੇ ਹੀ ਇੱਕ ਦਰਖਤ ਦੇ ਥੱਲੇ ਜਾ ਕੇ ਬਹਿ ਜਾਂਦੀ ਹੈ। ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਨਾ ਮੈਂ ਕਿਸੇ ਨੂੰ ਪਰੇਸ਼ਾਨ ਕਰਦੀ ਅਤੇ ਨਾ ਹੀ ਰਾਣੀ ਪਰੀ ਮੈਨੂੰ ਸਜ਼ਾ ਦੇਣ ਦੇ ਲਈ ਮੇਰੇ ਨਾਲ ਇਹ ਸਭ ਕੁਝ ਕਰਦੀ। ਹੁਣ ਕੀ ਕਰਾਂ? ਉਸ ਚੁੜੈਲ ਤੋਂ ਆਪਣੀ ਖੂਬਸੂਰਤੀ ਵਾਪਸ ਕਿਵੇਂ ਲਵਾਂ? ਕੁਝ ਸਮਝ ਹੀ ਨਹੀਂ ਆ ਰਿਹਾ ਮੈਨੂੰ। ਨਿਸ਼ਾ ਉਦਾਸ ਹੋ ਕੇ ਉੱਥੇ ਬੈਠੀ ਹੀ ਹੁੰਦੀ ਹੈ ਤੇ ਉਦੋਂ ਹੀ ਰਾਣੀ ਪਰੀ ਉੱਥੇ ਆਉਂਦੀ ਹੈ ਅਤੇ ਨਿਸ਼ਾ ਦੇ ਕੰਨ 'ਚ ਕੁਝ ਬੋਲ ਕੇ ਗਾਇਬ ਹੋ ਜਾਂਦੀ ਹੈ। ਰਾਣੀ ਪਰੀ ਦੀ ਗੱਲ ਸੁਣ ਕੇ ਨਿਸ਼ਾ ਬਹੁਤ ਖੁਸ਼ ਹੁੰਦੀ ਹੈ ਅਤੇ ਅਗਲੀ ਸਵੇਰ ਸਵਾਦ ਖਾਣਾ ਲੈ ਕੇ ਚੁੜੈਲ ਦੇ ਕਿਲੇ ਵਿੱਚ ਪਹੁੰਚ ਜਾਂਦੀ ਹੈ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਚਿੱਟੀ ਚੁੜੈਲ, ਕਿਵੇਂ ਹੋ ਤੁਸੀਂ? ਉਹ ਤੂੰ ਉਹੀ ਪਰੀ ਹੈ ਨਾ ਜਿਸ ਦਾ ਮੈਂ ਕੱਲ ਮਜ਼ਾਕ ਉਡਾਇਆ ਸੀ? ਤੂੰ ਇੱਥੇ ਕਿਉਂ ਆਈ ਹੈ? ਤੁਸੀਂ ਤਾਂ ਉਹੀ ਕਿਹਾ ਜੋ ਸੱਚ ਸੀ, ਇਸ ਲਈ ਮੈਨੂੰ ਤੁਹਾਡੀ ਕਿਸੇ ਵੀ ਗੱਲ ਦਾ ਬੁਰਾ ਨਹੀਂ ਲੱਗਿਆ। ਮੈਨੂੰ ਤਾਂ ਤੁਸੀਂ ਬਹੁਤ ਪਸੰਦ ਆਏ, ਇਸ ਲਈ ਅੱਜ ਮੈਂ ਤੁਹਾਡੇ ਲਈ ਨਾਸ਼ਤਾ ਬਣਾ ਕੇ ਲਿਆਈ ਹਾਂ। ਮੈਂ ਪਸੰਦ ਆਈ? ਜੋ ਮੇਰੀ ਖੂਬਸੂਰਤੀ। ਛੇਤੀ ਤੇ ਖਾਣਾ ਰੱਖ ਅਤੇ ਮੇਰੇ ਕਿਲੇ ਤੋਂ ਬਾਹਰ ਜਾ। ਮੈਨੂੰ ਕਾਲਾ ਰੰਗ ਬਿਲਕੁਲ ਵੀ ਪਸੰਦ ਨਹੀਂ ਹੈ। ਇਸ ਤੋਂ ਬਾਅਦ ਨਿਸ਼ਾ ਹਰ ਰੋਜ਼ ਚੁੜੈਲ ਦੇ ਲਈ ਸਵੇਰ ਦਾ ਖਾਣਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਲੈ ਕੇ ਉਹਦੇ ਕਿਲੇ ਵਿੱਚ ਜਾਣ ਲੱਗਦੀ ਹੈ, ਜਿਸ ਕਰਕੇ ਚੁੜੈਲ ਹੌਲੀ-ਹੌਲੀ ਨਿਸ਼ਾ ਤੇ ਭਰੋਸਾ ਕਰਨ ਲੱਗਦੀ ਹੈ। ਇੱਕ ਦੁਪਹਿਰ ਨਿਸ਼ਾ ਖਾਣਾ ਲੈ ਕੇ ਚੁੜੈਲ ਦੇ ਕੋਲ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਚੁੜੈਲ ਕੋਈ ਜਾਦੂਈ ਪਾਣੀ ਬਣਾ ਰਹੀ ਹੁੰਦੀ ਹੈ। ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਇੱਕ ਇਹੋ ਜਿਹਾ ਪਾਣੀ ਬਣਾ ਰਹੀ ਹਾਂ ਜਿਸ ਦੀ ਮਦਦ ਨਾਲ ਮੈਂ ਕਿਸੇ ਦੇ ਵੀ ਸਰੀਰ ਵਿੱਚੋਂ ਉਹਦੀ ਰੂਹ ਬਾਹਰ ਕੱਢ ਸਕਦੀ ਹਾਂ ਅਤੇ ਇਸ ਪਾਣੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪਾਣੀ ਇਨਸਾਨ, ਪਰੀ ਅਤੇ ਚੁੜੈਲ ਸਾਰਿਆਂ ਤੇ ਕੰਮ ਕਰੂਗਾ। ਮਤਲਬ ਮੈਂ ਧਰਤੀ, ਪਰੀ ਲੋਕ ਅਤੇ ਭੂਤ ਲੋਕ ਸਾਰਿਆਂ ਤੇ ਰਾਜ ਕਰ ਸਕਦੀ ਹਾਂ। ਚੁੜੈਲ ਦੀ ਗੱਲ ਸੁਣ ਕੇ ਨਿਸ਼ਾ ਬਹੁਤ ਖੁਸ਼ ਹੁੰਦੀ ਹੈ, ਜਿਸ ਤੋਂ ਬਾਅਦ ਉਹ ਚੁੜੈਲ ਨੂੰ ਖਾਣਾ ਦੇ ਕੇ ਤਬੀਅਤ ਖਰਾਬ ਹੋਣ ਦਾ ਬਹਾਨਾ ਕਰਕੇ ਉੱਤੇ ਹੀ ਰੁਕ ਕੇ ਆਰਾਮ ਕਰਨ ਦਾ ਨਾਟਕ ਕਰਨ ਲੱਗਦੀ ਹੈ। ਖਾਣਾ ਖਾਣ ਤੋਂ ਥੋੜੀ ਦੇਰ ਬਾਅਦ ਚੁੜੈਲ ਗਹਿਰੀ ਨੀਂਦ ਵਿੱਚ ਸੋ ਜਾਂਦੀ ਹੈ, ਜਿਸ ਤੋਂ ਬਾਅਦ ਨਿਸ਼ਾ ਚੁੜੈਲ ਦਾ ਬਣਾਇਆ ਜਾਦੂਈ ਪਾਣੀ ਪੀ ਲੈਂਦੀ ਹੈ। ਇਹ ਚੁੜੈਲ ਕੁਝ ਮਹੀਨਿਆਂ ਬਾਅਦ ਇੱਕ ਇਹੋ ਜਿਹਾ ਪਾਣੀ ਬਣਾਉਂਦੀ ਹੈ ਜਿਸ ਨੂੰ ਪੀ ਕੇ ਕੋਈ ਵੀ ਇਨਸਾਨ, ਚੁੜੈਲ ਜਾਂ ਪਰੀ ਕਿਸੇ ਦੇ ਵੀ ਸਰੀਰ ਵਿੱਚੋਂ ਉਹਦੀ ਰੂਹ ਬਾਹਰ ਕੱਢ ਸਕਦਾ ਹੈ। ਇਸੇ ਪਾਣੀ ਦਾ ਇਸਤੇਮਾਲ ਕਰਕੇ ਉਹ ਬਹੁਤ ਸਮਾਂ ਤੋਂ ਆਪਣੇ ਫਾਇਦਿਆਂ ਦੇ ਲਈ ਲੋਕਾਂ ਨੂੰ ਅਤੇ ਪਰੀਆਂ ਨੂੰ ਮਾਰਦੀ ਆ ਰਹੀ ਹੈ। ਹੁਣ ਤੂੰ ਵੀ ਉਹੀ ਕਰੇਂਗੀ। ਤੂੰ ਰੋਜ਼ ਉਹਦੇ ਖਾਣੇ ਵਿੱਚ ਥੋੜਾ ਜ਼ਹਿਰ ਮਿਲਾ ਕੇ ਉਹਨੂੰ ਖਵਾਉਂਦੀ ਰਹਿ, ਜਿਸ ਨਾਲ ਉਹ ਕਮਜ਼ੋਰ ਹੋ ਜਾਊਗੀ ਅਤੇ ਫਿਰ ਜਿਸ ਦਿਨ ਉਹ ਪਾਣੀ ਬਣਾਉਗੀ ਤੂੰ ਕਿਸੇ ਤਰ੍ਹਾਂ ਉਹਨੂੰ ਪੀ ਲੈ। ਉਹਨੂੰ ਪੀਂਦੇ ਹੀ ਤੇਰੇ ਸਰੀਰ ਵਿੱਚ ਇੱਕ ਇਹੋ ਜਿਹੀ ਸ਼ਕਤੀ ਆ ਜਾਊਗੀ ਜਿਸ ਦੀ ਮਦਦ ਨਾਲ ਤੂੰ ਉਸ ਚੁੜੈਲ ਦੇ ਕਮਜ਼ੋਰ ਸਰੀਰ ਵਿੱਚੋਂ ਆਪਣੀ ਖੂਬਸੂਰਤੀ ਅਤੇ ਉਹਦੀ ਬੁਰੀ ਰੂਹ ਦੋਨਾਂ ਨੂੰ ਆਰਾਮ ਨਾਲ ਬਾਹਰ ਕੱਢ ਪਾਵੇਂਗੀ। ਰਾਣੀ ਪਰੀ ਦੀਆਂ ਸਾਰੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਨਿਸ਼ਾ ਚਿੱਟੀ ਚੁੜੈਲ ਦੇ ਸਰੀਰ ਵਿੱਚੋਂ ਆਪਣੀ ਖੂਬਸੂਰਤੀ ਅਤੇ ਉਹਦੀ ਬੁਰੀ ਰੂਹ ਦੋਵਾਂ ਨੂੰ ਬਾਹਰ ਕੱਢ ਲੈਂਦੀ ਹੈ, ਜਿਸ ਤੋਂ ਬਾਅਦ ਉਹ ਆਪਣੀ ਖੂਬਸੂਰਤੀ ਨੂੰ ਦੁਬਾਰਾ ਲੈ ਕੇ ਚੁੜੈਲ ਦੀ ਬੁਰੀ ਰੂਹ ਨੂੰ ਫੜ ਕੇ ਉਹਨੂੰ ਆਪਦੇ ਨਾਲ ਪਰੀ ਲੋਕ ਲੈ ਜਾਂਦੀ ਹੈ। ਇਸ ਤਰ੍ਹਾਂ ਪਰੀ ਨੂੰ ਉਹਦੀ ਖੂਬਸੂਰਤੀ ਅਤੇ ਪਿੰਡ ਆਲਿਆਂ ਨੂੰ ਚੁੜੈਲ ਦੇ ਆਤੰਕ ਤੋਂ ਆਜ਼ਾਦੀ ਮਿਲ ਜਾਂਦੀ ਹੈ ਤੇ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗਦੇ ਨੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ
ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।